ਲਾਸਟ ਵੀਡੀਓ 'ਚ ਆਪਾਂ ਨੇ ਡਿਸਕਸ ਕੀਤਾ ਸੀਗਾ ਐਥਲੈਟਿਕ ਟਰੈਕ ਹੈ ਜਿਹੜਾ ਉਹਦੀ ਮੇਜਰਮੈਂਟਸ ਕੀ ਨੇ। ਜੇਕਰ ਅਸੀਂ ਇਹਨੇ ਨਾਨ ਸਟੈਂਡਰਡ ਟਰੈਕ ਬਣਾਉਣਾ ਹੋਵੇ ਤਾਂ ਨਾਨ ਸਟੈਂਡਰਡ ਟਰੈਕ ਬਣਾਉਣ ਦਾ ਤਰੀਕਾ ਕੀ ਹੈ, ਫਾਰਮੂਲਾ ਕੀ ਹੈ, ਉਹਦੀ ਲੈਂਥ ਤੇ ਵਿਡਥ ਅਸੀਂ ਕਿਸ ਤਰੀਕੇ ਨਾਲ ਕੈਲਕੂਲੇਟ ਕਰਾਂਗੇ। ਹੁਣ ਅੱਜ ਅਸੀਂ ਦੇਖਾਂਗੇ ਕਿ ਐਥਲੈਟਿਕਸ ਦੇ ਜਿਹੜੇ ਇਵੈਂਟਸ ਨੇ ਉਹ ਕਿਹੜੇ ਇਵੈਂਟਸ ਹੁੰਦੇ ਨੇ, ਮੁੰਡਿਆਂ ਦੇ ਲਈ ਕਿਹੜੇ ਇਵੈਂਟਸ ਨੇ, ਕੁੜੀਆਂ ਦੇ ਲਈ ਕਿਹੜੇ ਇਵੈਂਟਸ ਨੇ। ਸਭ ਤੋਂ ਪਹਿਲਾਂ ਜਿਹੜਾ ਐਥਲੈਟਿਕਸ ਹੈ ਅਸੀਂ ਇਹਦੀ ਗੱਲ ਕੀਤੀ ਸੀ ਕਿ ਇਸ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਇਵੈਂਟ ਨੇ ਅਸੀਂ ਯੂਜ਼ ਕਰਦੇ ਹਾਂ, ਇੱਕ ਟਰੈਕ ਇਵੈਂਟ ਨੇ ਤੇ ਦੂਸਰੇ ਫੀਲਡ ਇਵੈਂਟ ਨੇ। ਟਰੈਕ ਇਵੈਂਟਸ ਨੂੰ ਫਰਦਰ ਅਸੀਂ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਜਿਹੜੀਆਂ ਸਾਡੀਆਂ ਰੇਸਿਸ ਨੇ ਉਹਨਾਂ ਦੀ ਦੂਰੀ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਤਿੰਨ ਭਾਗਾਂ 'ਚ ਵੰਡ ਲੈਂਦੇ ਹਾਂ। ਇੱਕ ਛੋਟੀ ਦੂਰੀ ਦੀਆਂ ਦੌੜਾਂ ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਸਪ੍ਰਿੰਟ ਬੋਲਦੇ ਹਾਂ, ਦੂਸਰੀਆਂ ਮਿਡਲ ਡਿਸਟੈਂਸਿਸ ਜਿਹਨੂੰ ਅਸੀਂ ਮੱਧ ਦੂਰੀ ਦੀਆਂ ਦੌੜਾਂ ਕਹਿੰਦੇ ਹਾਂ, ਤੀਸਰੀਆਂ ਸਾਡੇ ਕੋਲ ਲੌਂਗ ਡਿਸਟੈਂਸ ਰੇਸਿਸ ਨੇ ਜਿਹਨੂੰ ਅਸੀਂ ਲੰਬੀ ਦੂਰੀ ਦੀਆਂ ਦੌੜਾਂ ਕਹਿੰਦੇ ਹਾਂ। ਹੁਣ ਜੇਕਰ ਅਸੀਂ ਸਪ੍ਰਿੰਟ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਸਪ੍ਰਿੰਟਸ ਨੇ, ਸਪ੍ਰਿੰਟ ਕਿਹਨੂੰ ਕਹਿੰਦੇ ਨੇ, ਉਹ ਰੇਸ ਜਿਹੜੀ 100 ਮੀਟਰ ਤੋਂ ਲੈ ਕੇ 400 ਮੀਟਰ ਤੱਕ ਹੋਵੇ। 100 ਮੀਟਰ ਤੋਂ ਲੈ ਕੇ ਜਿਹੜੀ ਦੇ ਵਿੱਚ ਇੱਕ ਐਥਲੀਟ 400 ਮੀਟਰ ਤੱਕ ਭੱਜਦਾ ਉਹਨੂੰ ਅਸੀਂ ਕੀ ਬੋਲਦੇ ਹਾਂ, ਸਪ੍ਰਿੰਟ। ਜੇ ਅਸੀਂ ਇੱਥੇ ਸਾਡੇ ਕੋਲ ਰੇਸ ਆਊਗੀ 4x400 ਮੀਟਰ, ਜਾਣੀ ਕਿ ਇਹਦਾ ਟੋਟਲ ਡਿਸਟੈਂਸ ਤਾਂ ਵੈਸੇ 1600 ਮੀਟਰ ਹੋ ਗਿਆ, ਪਰ ਇੱਕ ਐਥਲੀਟ 400 ਮੀਟਰ ਤੋਂ ਵੱਧ ਨਹੀਂ ਭੱਜ ਰਿਹਾ। ਇੱਕ ਐਥਲੀਟ 400 ਮੀਟਰ ਭੱਜ ਰਿਹਾ। ਸਪ੍ਰਿੰਟ ਕਿਹੜੀ ਰੇਸ ਨੂੰ ਕਹਾਂਗੇ, ਜਿਹਦੇ ਵਿੱਚ ਇੱਕ ਸਿੰਗਲ ਐਥਲੀਟ 100 ਮੀਟਰ ਤੋਂ ਲੈ ਕੇ 400 ਮੀਟਰ ਤੱਕ ਦੀ ਦੂਰੀ ਤੈਅ ਕਰਦਾ, ਉਹਨੂੰ ਅਸੀਂ ਕੀ ਕਹਿੰਦੇ ਆ, ਸਪ੍ਰਿੰਟ ਰੇਸਿਸ। ਦੂਜਾ ਇਹਨਾਂ ਦਾ ਦੂਸਰੀਆਂ ਨਾਲੋਂ ਵਖਰੇਵਾਂ ਕੀ ਹੈ, ਦੂਸਰੀਆਂ ਨਾਲੋਂ ਇਹ ਡਿਫਰੈਂਟ ਕਿੱਥੇ ਹੈ, ਇਹਨਾਂ ਰੇਸਿਸ ਦੇ ਵਿੱਚ ਜਿਹੜਾ ਸਟਾਰਟ ਹੋਊਗਾ ਉਹ ਆਲਵੇਜ਼ ਬੈਠ ਕੇ ਹੋਊਗਾ, ਸਿਟਿੰਗ ਸਟਾਰਟ ਹੋਊਗਾ ਇਹਨਾਂ ਰੇਸਿਸ ਦੇ ਵਿੱਚ, ਜਿਹਨੂੰ ਅਸੀਂ ਕਰਾਊਚ ਸਟਾਰਟ ਵੀ ਕਹਿੰਦੇ ਹਾਂ। ਤਾਂ ਸਪ੍ਰਿੰਟ ਰੇਸਿਸ ਦੇ ਵਿੱਚ ਹਮੇਸ਼ਾ ਸਟਾਰਟ ਬੈਠ ਕੇ ਲਿਆ ਜਾਂਦਾ, ਇਹਨਾਂ ਸਾਰੀਆਂ ਦੇ ਵਿੱਚ ਸਟਾਰਟ ਹੈ ਜਿਹੜਾ ਉਹ ਖੜੇ ਹੋ ਕੇ ਲਿਆ ਜਾਊਗਾ। ਜਿਹੜਾ ਬੈਠ ਕੇ ਵਾਲਾ ਸਟਾਰਟ ਹੈ, ਕਰਾਊਚ ਸਟਾਰਟ, ਇਹਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ। ਸਾਡੇ ਕੋਲੇ ਬੰਚ ਸਟਾਰਟ ਹੈ, ਮੀਡੀਅਮ ਸਟਾਰਟ ਹੈ ਤੇ ਇਲੌਂਗੇਟਡ ਸਟਾਰਟ। ਵੈਸੇ ਜੇ ਸਟਾਰਟ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਹੋ ਸਕਦੇ ਨੇ, ਕਰਾਊਚ ਸਟਾਰਟ ਹੋ ਸਕਦਾ ਤੇ ਸਟੈਂਡਿੰਗ ਸਟਾਰਟ ਹੋ ਸਕਦਾ। ਜੇਕਰ ਅਸੀਂ ਵੈਸੇ ਜਰਨਲ ਸਟਾਰਟ ਦੀ ਗੱਲ ਕਰੀਏ, ਸਟਾਰਟ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਟੈਂਡਿੰਗ ਸਟਾਰਟ, ਇੱਕ ਸਿਟਿੰਗ ਸਟਾਰਟ। ਪਰ ਜਿਹੜੇ ਸਿਟਿੰਗ ਸਟਾਰਟ ਨੇ ਉਹ ਅੱਗੇ ਤਿੰਨ ਤਰ੍ਹਾਂ ਦੇ ਨੇ, ਬੰਚ ਸਟਾਰਟ, ਮੀਡੀਅਮ ਸਟਾਰਟ ਤੇ ਇਲੌਂਗੇਟਡ ਸਟਾਰਟ। ਤਾਂ ਐਥਲੀਟ ਆ ਜਿਹੜਾ ਆਪਣੀ ਹਾਈਟ ਦੇ ਅਕੋਰਡਿੰਗ ਜਿਹੜਾ ਸਟਾਰਟ ਉਹਨੂੰ ਸੂਟੇਬਲ ਹੈ ਉਹ ਸਟਾਰਟ ਲੈਂਦਾ। ਤਾਂ ਸਪ੍ਰਿੰਟ ਰੇਸਿਸ 0 ਆਪਣੇ 100 ਮੀਟਰ ਤੋਂ ਲੈ ਕੇ 400 ਮੀਟਰ ਤੱਕ, ਤੇ ਇਹਨਾਂ ਰੇਸਿਸ ਦੇ ਵਿੱਚ ਸਟਾਰਟ ਹੈ ਜਿਹੜਾ ਉਹ ਕੀ ਹੋਊਗਾ, ਬੈਠ ਕੇ ਹੋਊਗਾ। ਜਿਹੜੇ ਅਸੀਂ ਸ਼ੂਜ਼ ਯੂਜ਼ ਕਰਦੇ ਹਾਂ ਇਹਦੇ ਵਿੱਚ ਉਹਨਾਂ ਨੂੰ ਅਸੀਂ ਬੋਲਦੇ ਹਾਂ ਸਪਾਈਕਸ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਸਪਾਈਕਸ ਬੋਲਦੇ ਹਾਂ ਉਹਨਾਂ ਸ਼ੂਜ਼ ਨੂੰ ਅਸੀਂ। ਨੈਕਸਟ ਇਹਦੇ ਵਿੱਚ ਆ ਜਾਂਦਾ ਜੀ ਸਾਡੇ ਕੋਲੇ, ਜੇਕਰ ਕੋਈ ਰੇਸ 100 ਮੀਟਰ ਤੋਂ ਘੱਟ ਹੋਵੇ, ਮੰਨ ਲਓ ਕੋਈ 90 ਮੀਟਰ ਦੀ ਹੈ, ਕੋਈ 80 ਮੀਟਰ ਦੀ ਹੈ, ਕੋਈ 70 ਮੀਟਰ ਦੀ ਹੈ, ਤਾਂ ਉਹਨਾਂ ਦੇ ਪਿੱਛੇ ਵਰਡ ਯੂਜ਼ ਕੀਤਾ ਜਾਂਦਾ ਡੈਸ਼। 90 ਮੀਟਰ ਡੈਸ਼, 80 ਮੀਟਰ ਡੈਸ਼, 50 ਮੀਟਰ ਡੈਸ਼। ਜੇ ਰੇਸ 100 ਮੀਟਰ ਤੋਂ ਘੱਟ ਗਈ ਤਾਂ ਅਸੀਂ ਉਹਨੂੰ ਡੈਸ਼ ਦੇ ਵਿੱਚ ਯੂਜ਼ ਕਰਦੇ ਹਾਂ, ਉਹਦੇ ਲਈ ਵਰਡ ਡੈਸ਼ ਯੂਜ਼ ਕੀਤਾ ਜਾਂਦਾ। ਨੈਕਸਟ ਸਾਡੇ ਕੋਲ ਆ ਜਾਂਦਾ ਜੀ ਪਹਿਲੀ ਰੇਸ ਜਿਹੜੀ ਹੁੰਦੀ ਹੈ 100 ਮੀਟਰ ਹੈ, ਮੁੰਡਿਆਂ ਦੇ ਲਈ ਵੀ ਹੈ 100 ਮੀਟਰ ਤੇ ਕੁੜੀਆਂ ਦੇ ਲਈ ਵੀ ਹੈ। 200 ਮੀਟਰ, 400 ਮੀਟਰ, ਇਹ ਵੀ ਦੋਨੇ ਮੁੰਡੇ ਕੁੜੀਆਂ ਦੇ ਲਈ ਨੇ। ਹੁਣ ਇੱਥੇ ਜਿਹੜੀ ਹਰਡਲ ਹੈ, ਹਰਡਲ ਦੇ ਵਿੱਚ ਥੋੜੀ ਵੇਰੀਏਸ਼ਨ ਹੈ। ਜਿਹੜੀ ਪਹਿਲੀ ਹਰਡਲ ਹੈ 100 ਮੀਟਰ ਉਹ ਸਿਰਫ ਕੁੜੀਆਂ ਦੇ ਲਈ ਹੈ, ਜਿਹੜੀ 110 ਮੀਟਰ ਹਰਡਲ ਹੈ ਉਹ ਕਿਹਦੇ ਲਈ ਹੈ, ਮੁੰਡਿਆਂ ਦੇ ਲਈ। ਫਰਦਰ ਸਾਡੇ ਕੋਲ ਆ ਗਈ 400 ਮੀਟਰ ਹਰਡਲ, ਇਹ ਮੁੰਡਿਆਂ ਦੇ ਲਈ ਵੀ ਹੈ ਤੇ ਕੁੜੀਆਂ ਦੇ ਲਈ ਵੀ ਹੈ। ਹਰਡਲ ਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਹੈ ਕਿ ਹਰਡਲ ਚਾਹੇ 100 ਮੀਟਰ ਹੋਵੇ ਤੇ ਚਾਹੇ 400 ਮੀਟਰ, ਚਾਹੇ 110 ਮੀਟਰ, ਤਾਂ ਜਿਹੜੀ ਹਰਡਲ ਦੀ ਕਾਊਂਟਿੰਗ ਹੋਊਗੀ, ਗਿਣਤੀ ਹੋਊਗੀ, ਉਹ 10 ਹੀ ਹੋਊਗੀ, ਨਾ 10 ਤੋਂ ਘੱਟ ਹਰਡਲਸ ਤੇ ਨਾ ਹੀ 10 ਤੋਂ ਜ਼ਿਆਦਾ ਹਰਡਲਸ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਜੀ ਰਿਲੇ। ਤਾਂ ਐਥਲੈਟਿਕਸ ਦੇ ਵਿੱਚ ਇੱਕੋ ਇੱਕ ਟੀਮ ਇਵੈਂਟ ਹੈ ਜਿਹਦੇ ਵਿੱਚ 4 ਬੰਦੇ ਇੱਕ ਕਾਮਨ ਪਰਪਸ ਦੇ ਲਈ ਭੱਜਦੇ ਨੇ, ਉਹਨੂੰ ਅਸੀਂ ਬੋਲਦੇ ਹਾਂ ਰਿਲੇ। ਰਿਲੇ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ 4x100 ਮੀਟਰ, ਜਾਣੀ ਕਿ 4 ਐਥਲੀਟ ਭੱਜਦੇ ਨੇ ਤੇ ਹਰੇਕ ਐਥਲੀਟ ਹੈ ਜਿਹੜੀ ਉਹ 100 ਮੀਟਰ ਕਰਕੇ 400 ਮੀਟਰ ਪੂਰੀ ਕਰਦਾ ਹੈ। ਨੈਕਸਟ ਸਾਡੇ ਕੋਲ ਹੈਗਾ ਜੀ 4x400, ਜਿਹਦੇ ਵਿੱਚ ਇੱਕ ਐਥਲੀਟ ਹੈ ਜਿਹੜਾ 400 ਮੀਟਰ ਭੱਜਦਾ ਤੇ ਚਾਰਾਂ ਦੀ ਮਿਲ ਕੇ ਕਿੰਨੀ ਬਣ ਜਾਂਦੀ ਹੈ, 1600 ਮੀਟਰ ਬਣ ਜਾਂਦੀ ਹੈ। ਤਾਂ ਇੱਕ ਇਹਦੇ ਵਿੱਚ ਸੀਗਾ ਪਹਿਲਾਂ ਐਕਸਚੇਂਜ ਜ਼ੋਨ ਹੁੰਦਾ ਸੀ ਹੈ ਨਾ, ਤਾਂ ਇੱਕ ਉਹਦੇ 'ਚ ਐਕਸਚੇਂਜ ਜ਼ੋਨ ਸੀ, ਇੱਕ ਐਕਸਲਰੇਸ਼ਨ ਜ਼ੋਨ ਸੀਗਾ। ਤਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਜ਼ੋਨ ਖਤਮ ਕਰਕੇ ਹੁਣ ਇੱਕੋ ਇਕੱਲਾ ਐਕਸਚੇਂਜ ਜ਼ੋਨ ਹੀ ਹੈ, ਡਾਇਰੈਕਟ ਟੀਮ
ਪਹਿਲੇ 10 ਮੀਟਰ ਐਕਸਲਰੇਸ਼ਨ ਵਾਸਤੇ ਸੀ, ਅਗਲੇ 20 ਮੀਟਰ ਐਕਸਚੇਂਜ ਵਾਸਤੇ ਸੀ। ਹੁਣ ਉਹ 20 ਤੇ 10 ਵਾਲਾ ਕਨਸੈਪਟ ਕੱਟਤਾ। ਪ੍ਰੈਜ਼ੈਂਟ ਕੀ ਚੱਲ ਰਿਹਾ, ਡਾਇਰੈਕਟਲੀ 30 ਮੀਟਰ ਦਾ ਜ਼ੋਨ ਹੈ ਬਸ। ਉਹਦੇ ਵਿੱਚ 30 ਮੀਟਰ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਿਹੜਾ ਬੈਟਨ ਹੈ ਉਹ ਐਕਸਚੇਂਜ ਕਰ ਸਕਦੇ ਹੋ। ਅਗਲੀਆਂ ਰੇਸਿਸ ਸਾਡੇ ਕੋਲ ਆਉਂਦੀਆਂ ਨੇ ਮਿਡਲ ਡਿਸਟੈਂਸ ਰੇਸਿਸ 800 ਮੀਟਰ ਤੇ 1500 ਮੀਟਰ। ਤਾਂ ਇਹ ਰੇਸਿਸ ਵੀ ਮੁੰਡਿਆਂ ਕੁੜੀਆਂ ਲਈ ਬਰਾਬਰ ਹੀ ਨੇ। ਲੌਂਗ ਡਿਸਟੈਂਸ ਰੇਸਿਸ ਆ ਗਈਆਂ 3000 ਮੀਟਰ ਆ ਗਈ, 3000 ਮੀਟਰ ਸਟੀਪਲ ਚੇਜ, 5000 ਮੀਟਰ, 10000 ਮੀਟਰ ਆ ਗਈ। 8 ਕਿਲੋਮੀਟਰ ਜਿਹੜੀ ਕ੍ਰੋਸ ਕੰਟਰੀ ਹੈ ਇਹ ਹੁੰਦੀ ਹੈ ਕੁੜੀਆਂ ਦੇ ਲਈ, 12 ਕਿਲੋਮੀਟਰ ਕ੍ਰੋਸ ਕੰਟਰੀ ਹੈ ਜਿਹੜੀ ਇਹ ਮੁੰਡਿਆਂ ਦੇ ਲਈ ਹੈ। ਇਹਦਾ ਡਿਸਟੈਂਸ ਵੀ ਵੈਸੇ ਕ੍ਰੋਸ ਚੈੱਕ ਵੀ ਕਰਦੇ ਹੋ, ਇੰਨੀ ਹੈ ਜਾਂ ਘੱਟ ਵੱਧ ਹੈ। ਮੈਰਾਥਨ ਹੈ ਜਿਹੜੀ, ਮੈਰਾਥਨ ਸਾਡੇ ਕੋਲ ਹੈਗੀ ਹੈ 42.195 ਕਿਲੋਮੀਟਰ, 42.195 ਕਿਲੋਮੀਟਰ ਮੈਰਾਥਨ ਦਾ ਡਿਸਟੈਂਸ ਹੈ। ਜੇਕਰ ਅਸੀਂ ਇਹਦਾ ਹਾਫ ਦੇਖੀਏ ਤਾਂ ਹਾਫ ਬਣਦਾ ਹੈ 21.0975 ਕਿਲੋਮੀਟਰ। ਇਸ ਤੋਂ ਬਾਅਦ ਸਾਡੇ ਕੋਲੇ ਵਾਕ ਰੇਸ ਆਉਂਦੀ ਹੈ ਜਿਹਨੂੰ ਅਸੀਂ ਪੈਦਲ ਚਾਲ ਵੀ ਕਹਿ ਦਿੰਦੇ ਹਾਂ। ਤਾਂ ਇਹ ਕੁੜੀਆਂ ਦੇ ਲਈ ਹੈਗੀ ਹੈ 20 ਮੀਟਰ ਤੇ ਮੁੰਡਿਆਂ ਦੇ ਲਈ ਕਿੰਨੀ ਹੈ ਜੀ 50 ਮੀਟਰ। ਵਾਕ ਤੇ ਰਨਿੰਗ ਦੇ ਵਿੱਚ ਡਿਫਰੈਂਸ ਕੀ ਹੈ? ਵਾਕ ਤੇ ਰਨਿੰਗ ਦੇ ਵਿੱਚ ਡਿਫਰੈਂਸ ਕੀ ਹੈ ਕਿ ਜਦੋਂ ਅਸੀਂ ਤੁਰਦੇ ਹਾਂ ਤਾਂ ਤੁਰਨ ਵੇਲੇ ਸਾਡੇ ਦੋਨੇ ਪੈਰ ਕਦੇ ਵੀ ਹਵਾ ਦੇ ਵਿੱਚ ਨਹੀਂ ਜਾ ਸਕਦੇ। ਜਦੋਂ ਅਸੀਂ ਰਨਿੰਗ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਫੇਜ਼ ਆਉਂਦਾ ਜਦੋਂ ਅਸੀਂ ਫਲੋਟਿੰਗ ਫੇਜ਼ ਦੇ ਵਿੱਚ ਹੁੰਦੇ ਹਾਂ, ਜਦੋਂ ਦੋਨੇ ਪੈਰਾਂ ਦਾ ਕੰਟੈਕਟ ਹੈ ਜਿਹੜਾ ਸਾਡਾ ਧਰਤੀ ਦੇ ਨਾਲ ਉਹ ਟੁੱਟ ਜਾਂਦਾ ਹੈ। ਪਰ ਵਾਕ ਰੇਸ ਹੈ ਜਿਹੜੀ ਉਹਦੇ ਵਿੱਚ ਤੁਹਾਡਾ ਇੱਕ ਪੈਰ ਹਮੇਸ਼ਾ ਜ਼ਮੀਨ ਤੇ ਟਿਕਿਆ ਹੀ ਰਹਿਣਾ ਚਾਹੀਦਾ ਹੈ। ਤੋਂ ਪਿੱਛੇ ਵਾਲਾ ਪੈਰ ਹੈ ਮੇਰਾ ਜਿਹੜਾ ਉਦੋਂ ਚੱਕਿਆ ਜਾਊਗਾ ਜਦੋਂ ਅਗਲੇ ਪੈਰ ਦੀ ਹੱਡੀ ਮੂਹਰੇ ਪਲਾਂਟ ਕਰ ਗਈ। ਤਾਂ ਜਾਨੀ ਕਿ ਆਪਣੀ ਵਾਕ ਰੇਸ ਦੇ ਵਿੱਚ ਇੱਕ ਫੇਜ਼ ਆਉਂਦਾ ਜਿਹਨੂੰ ਡਬਲ ਸਪੋਰਟ ਫੇਜ਼ ਕਹਿੰਦੇ ਨੇ। ਜਾਨੀ ਕਿ ਇੱਕ ਸਮਾਂ ਇਹੋ ਜਿਹਾ ਹੁੰਦਾ ਜਦੋਂ ਦੋਨੋਂ ਪੈਰ ਸਾਡੇ ਧਰਤੀ ਦੇ ਉੱਪਰ ਹੁੰਦੇ ਨੇ। ਤਾਂ ਵਾਕ ਤੇ ਰਨਿੰਗ ਦੇ ਵਿੱਚ ਇਹ ਡਿਫਰੈਂਸ ਹੈ ਕਿ ਰਨਿੰਗ ਦੇ ਵਿੱਚ ਦੋਨੋਂ ਪੈਰ ਹਵਾ ਦੇ ਵਿੱਚ ਜਾ ਸਕਦੇ ਨੇ, ਪਰ ਵਾਕ ਦੇ ਵਿੱਚ ਇੱਕ ਪੈਰ ਹਮੇਸ਼ਾ ਧਰਤੀ ਦੇ ਨਾਲ ਟੱਚ ਚਾਹੀਦਾ ਹੀ ਚਾਹੀਦਾ। ਤਾਂ ਇਹ ਸਾਡੇ ਸਾਰੇ ਰਨਿੰਗ ਇਵੈਂਟ ਹੋ ਗਏ। ਇਸ ਤੋਂ ਅੱਗੇ ਸਾਡੇ ਕੋਲ ਆਉਂਦੇ ਨੇ ਜੀ ਫੀਲਡ ਇਵੈਂਟ। ਫੀਲਡ ਇਵੈਂਟ ਨੇ ਜਿਹੜੇ ਇਹਨਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਜੰਪ ਨੇ ਸਾਡੇ ਕੋਲ ਤੇ ਇੱਕ ਕੀ ਨੇ ਥਰੋ। ਜੰਪ ਅਤੇ ਥਰੋ। ਜੰਪ ਨੂੰ ਅਸੀਂ ਫਰਦਰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੌਰੀਜ਼ੈਂਟਲ ਜੰਪ ਨੇ ਯਾਨੀ ਕਿ ਜਿਨ੍ਹਾਂ ਦੇ ਵਿੱਚ ਅਸੀਂ ਲੰਬਾਈ ਮਾਪਦੇ ਹਾਂ। ਇੱਕ ਸਾਡੇ ਕੋਲੇ ਵਰਟੀਕਲ ਜੰਪ ਨੇ ਜਿਨ੍ਹਾਂ ਦੇ ਵਿੱਚ ਅਸੀਂ ਉਚਾਈ ਮਾਪਦੇ ਹਾਂ। ਹੌਰੀਜ਼ੈਂਟਲ ਜਿਹਦੇ ਵਿੱਚ ਅਸੀਂ ਲੈਂਥ ਦੇਖਾਂਗੇ, ਇਹਦੇ ਵਿੱਚ ਅਸੀਂ ਕੀ ਦੇਖਾਂਗੇ ਜੀ ਹਾਈਟ ਦੇਖਾਂਗੇ। ਹੌਰੀਜ਼ੌਂਟਲ ਜੰਪ ਨੇ ਜਿਹੜੇ ਸਾਡੇ ਕੋਲੇ ਦੋ ਤਰ੍ਹਾਂ ਦੇ ਨੇ, ਲੌਂਗ ਜੰਪ ਜਿਹਨੂੰ ਅਸੀਂ ਲੰਬੀ ਛਾਲ ਕਹਿ ਦਿੰਦੇ ਹਾਂ ਤੇ ਜਾਂ ਫਿਰ ਟ੍ਰਿਪਲ ਜੰਪ ਜਿਹਨੂੰ ਅਸੀਂ ਹੌਪ ਸਟੈਪ ਐਂਡ ਜੰਪ ਕਹਿ ਦਿੰਦੇ ਹਾਂ। ਤਾਂ ਟ੍ਰਿਪਲ ਜੰਪ ਦਾ ਦੂਸਰਾ ਨਾਮ ਕੀ ਹੈ ਹੌਪ ਸਟੈਪ ਐਂਡ ਜੰਪ। ਵਰਟੀਕਲ ਜੰਪ ਦੇ ਵਿੱਚ ਦੋ ਜੰਪ ਨੇ ਸਾਡੇ ਕੋਲ, ਇੱਕ ਹਾਈ ਜੰਪ ਤੇ ਦੂਸਰਾ ਪੋਲ ਵੋਲਟ ਹੈ। ਉਸ ਤੋਂ ਬਾਅਦ ਸਾਡੇ ਕੋਲੇ ਥਰੋ ਆ ਜਾਂਦੇ ਨੇ। ਤਾਂ ਥਰੋਆਂ ਦੇ ਵਿੱਚ ਚਾਰ ਨੇ ਸਾਡੇ ਕੋਲੇ, ਸ਼ਾਰਟ ਪੁੱਟ ਹੈਗਾ, ਡਿਸਕਸ ਥਰੋ ਹੈਗੀ ਹੈ, ਜੈਵਲਿਨ ਹੈਗਾ ਤੇ ਹੈਮਰ ਥਰੋ ਹੈ। ਸ਼ਾਰਟ ਪੁੱਟ ਦਾ ਜਿਹੜਾ weight ਹੈ ਉਹ ਮੁੰਡਿਆਂ ਦੇ ਲਈ ਸਟੈਂਡਰਡਾਈਜ਼ ਕਿੰਨਾ ਹੈ 7.260 ਕਿਲੋਗ੍ਰਾਮ, ਕੁੜੀਆਂ ਦੇ ਲਈ ਕਿੰਨਾ ਹੈ 4 ਕਿਲੋਗ੍ਰਾਮ। ਉਸ ਤੋਂ ਬਾਅਦ ਸਾਡੇ ਕੋਲ ਡਿਸਕਸ ਆਉਂਦੀ ਹੈ। ਡਿਸਕਸ ਦੇ ਵਿੱਚ ਮੁੰਡਿਆਂ ਦੇ ਲਈ ਵਜ਼ਨ ਕਿੰਨਾ ਹੈ 2 ਕਿਲੋ, ਕੁੜੀਆਂ ਦੇ ਲਈ ਵਜ਼ਨ ਕਿੰਨਾ ਹੈ 1 ਕਿਲੋ। ਫਿਰ ਸਾਡੇ ਕੋਲ ਜੈਵਲਿਨ ਥਰੋ ਆਉਂਦਾ ਹੈ। ਜੈਵਲਿਨ ਥਰੋ ਦੇ ਵਿੱਚ ਮੁੰਡਿਆਂ ਦੇ ਲਈ ਵਜ਼ਨ ਹੈਗਾ 800 ਗ੍ਰਾਮ ਤੇ ਕੁੜੀਆਂ ਦੇ ਲਈ ਵਜ਼ਨ ਹੈਗਾ 600 ਗ੍ਰਾਮ। ਫਿਰ ਸਾਡੇ ਕੋਲ ਹੈਮਰ ਥਰੋ ਆਉਂਦਾ ਹੈ। ਹੈਮਰ ਤੇ ਸ਼ਾਰਟ ਪੁੱਟ ਦਾ ਜਿਹੜਾ ਵਜ਼ਨ ਹੈ ਉਹ ਸੇਮ ਹੈ। ਉਸ ਤੋਂ ਬਾਅਦ ਜੀ ਸਾਡੇ ਕੋਲੇ ਐਥਲੈਟਿਕ ਦੇ ਵਿੱਚ ਇੱਕ ਇਵੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਕੰਬਾਈਨਡ ਇਵੈਂਟਸ। ਯਾਨੀ ਕਿ ਜਿੱਥੇ ਇੱਕ ਐਥਲੀਟ ਹੈ ਜਿਹੜਾ ਉਹਨੂੰ ਇਕੱਲੇ ਨੂੰ ਕਾਫੀ ਸਾਰੇ ਟਰੈਕ ਤੇ ਕਾਫੀ ਸਾਰੇ ਫੀਲਡ ਇਵੈਂਟਸ ਇਕੱਠੇ ਕਰਨੇ ਪੈਂਦੇ ਨੇ। ਤਾਂ ਪਹਿਲੇ ਦਾ ਨਾਮ ਹੈਗਾ ਡੈਕੈਥਲਨ। ਡੈਕੈਥਲਨ ਜਿਹੜੇ ਕੰਬਾਈਨਡ ਇਵੈਂਟ ਆ ਇਹ ਹੈਗਾ ਇਕੱਲੇ ਮੁੰਡਿਆਂ ਦੇ ਲਈ, ਇਕੱਲੇ ਬॉयਜ਼ ਦੇ ਲਈ। ਡੈਕਾ ਦਾ ਮਤਲਬ ਹੁੰਦਾ 10। ਡੈਕਾ ਦਾ ਮਤਲਬ ਕੀ ਹੈ 10, ਯਾਨੀ ਕਿ 10 ਇਵੈਂਟਸ ਵਾਲਾ। ਇਹਦੇ ਵਿੱਚ 10 ਇਵੈਂਟ ਹੁੰਦੇ ਨੇ। ਜਿਹੜੇ 10 ਇਵੈਂਟ ਨੇ ਉਹ 2 ਦਿਨਾਂ ਦੇ ਵਿੱਚ ਕਰਵਾਏ ਜਾਂਦੇ ਨੇ, ਡੇ 1 ਐਂਡ ਡੇ 2। 5 ਇਵੈਂਟ ਪਹਿਲੇ ਦਿਨ ਕਰਵਾਏ ਜਾਂਦੇ ਨੇ ਤੇ 5 ਇਵੈਂਟ ਦੂਸਰੇ ਦਿਨ ਕਰਵਾਏ ਜਾਂਦੇ ਨੇ। ਪਹਿਲੇ ਦਿਨ ਦੇ ਜਿਹੜੇ ਇਹਦੇ ਵਿੱਚ ਇਹ ਚੀਜ਼ ਧਿਆਨ 'ਚ ਰੱਖਿਓ ਕਿ ਜਿਹੜੇ ਇਵੈਂਟ ਨੇ ਉਹ ਹਮੇਸ਼ਾ ਰਨਿੰਗ ਦੇ ਨਾਲ ਹੀ ਸ਼ੁਰੂ ਹੋਣਗੇ ਤੇ ਰਨਿੰਗ ਦੇ ਨਾਲ ਹੀ ਖਤਮ ਹੋਣਗੇ। ਜਿਹੜੇ ਡੈਕੈਥਲਨ ਦੇ ਇਵੈਂਟਸ ਨੇ ਉਹਦੇ ਵਿੱਚ ਜਿਹੜਾ ਦਿਨ ਦਾ ਪਹਿਲਾ ਇਵੈਂਟ ਹੋਊਗਾ ਉਹ ਵੀ ਰੇਸ ਹੋਊਗੀ ਤੇ ਜਿਹੜਾ ਲਾਸਟ ਇਵੈਂਟ ਹੋਊਗਾ ਉਹ ਵੀ ਕੀ ਹੋਊਗੀ ਰੇਸ। ਤਾਂ ਦੂਜੇ ਦਿਨ ਵੀ ਜਿਹੜਾ ਪਹਿਲਾ ਇਵੈਂਟ ਹੋਊਗਾ ਉਹ ਵੀ ਰਨਿੰਗ ਇਵੈਂਟ ਹੋਊਗਾ ਤੇ ਲਾਸਟ ਇਵੈਂਟ ਵੀ ਕਿਹੜਾ ਹੋਊਗਾ ਰਨਿੰਗ ਇਵੈਂਟ ਹੋਊਗਾ।
ਤਾਂ ਡੇ 1 ਦੇ ਵਿੱਚ ਜਿਹੜਾ ਪਹਿਲਾ ਇਵੈਂਟ ਆ ਸਾਡਾ ਉਹ ਕਿਹੜਾ ਹੈ 100 ਮੀਟਰ। 100 ਮੀਟਰ ਤੋਂ ਬਾਅਦ ਅਸੀਂ ਕੀ ਲਵਾਉਣੇ ਆ ਲੌਂਗ ਜੰਪ ਤੋਂ ਬਾਅਦ ਅਸੀਂ ਕੀ ਲਵਾਉਣੇ ਆ ਸ਼ਾਰਟ ਪੁੱਟ ਤੋਂ ਬਾਅਦ ਅਸੀਂ ਕੀ ਲਵਾਉਣੇ ਆ ਹਾਈ ਜੰਪ। ਲਾਸਟ ਸਾਡੇ ਕੋਲ ਕੀ ਬਚਦੀ ਹੈ ਜੀ 400 ਮੀਟਰ। ਹੁਣ ਇਹਦੇ 'ਚ ਇੱਕ ਹੋਰ ਚੀਜ਼ ਧਿਆਨ ਦਿਓ ਜੀ 100 ਮੀਟਰ ਲਵਾਉਣ ਤੋਂ ਬਾਅਦ ਅਪਰੋਕਸੀਮੇਟਲੀ ਜਿਹੜਾ ਵਿਚਕਾਰ ਟਾਈਮ ਪੀਰੀਅਡ ਹੈ ਘੱਟ ਤੋਂ ਘੱਟ 40 ਮਿੰਟ ਦਾ ਟਾਈਮ ਪੀਰੀਅਡ ਹਰੇਕ ਇਵੈਂਟ ਦੇ ਵਿੱਚ ਜ਼ਰੂਰ ਦਿੱਤਾ ਜਾਂਦਾ। ਹੁਣ ਜਦੋਂ ਅਸੀਂ ਇੱਕ ਵਾਰ ਲੱਤਾਂ ਯੂਜ਼ ਕਰਦੇ ਹਾਂ ਫਿਰ ਬਾਹਾਂ ਵਾਲਾ ਇਵੈਂਟ ਆ ਗਿਆ, ਬਾਹਾਂ ਤੋਂ ਬਾਅਦ ਫਿਰ ਸਾਡਾ ਲੈਗਸ ਵਾਲਾ ਆ ਗਿਆ, ਲੈਗਸ ਤੋਂ ਬਾਅਦ ਫਿਰ ਜਿਹੜਾ ਪ੍ਰੋਪਰ ਟਾਈਮ ਦੇ ਕੇ ਉਹਨਾਂ ਤੋਂ ਲਾਸਟ ਜਿਹੜਾ ਇਵੈਂਟ ਕਰਾਇਆ ਜਾਂਦਾ ਰਨਿੰਗ ਇਵੈਂਟ ਕਰਾਇਆ ਜਾਂਦਾ। ਦੂਸਰੇ ਦਿਨ ਦਾ ਫਸਟ ਇਵੈਂਟ ਹੈਗਾ ਜੀ 110 ਮੀਟਰ ਹਰਡਲ ਦੇ ਨਾਲ ਸਟਾਰਟ ਹੁੰਦਾ। ਉਸ ਤੋਂ ਬਾਅਦ ਡਿਸਕਸ ਕਰਵਾਈ ਜਾਂਦੀ ਹੈ, ਉਸ ਤੋਂ ਬਾਅਦ ਪੋਲ ਵਾਲਟ ਕਰਵਾਇਆ ਜਾਂਦਾ, ਫਿਰ ਜੈਵਲਿਨ ਥਰੋ ਕਰਵਾਈ ਜਾਂਦੀ ਹੈ ਤੇ ਲਾਸਟ ਇਵੈਂਟ ਜਿਹੜਾ ਬਚਦਾ ਸਾਡੇ ਕੋਲ ਉਹ ਕਿਹੜਾ ਬਚਦਾ 1500 ਮੀਟਰ। ਤਾਂ ਇਹ 10 ਦੇ 10 ਇਵੈਂਟ ਇੱਕ ਬੰਦਾ ਪਰਫਾਰਮ ਕਰਦਾ ਹੈ। ਪਰਫਾਰਮ ਕਰਨ ਤੋਂ ਬਾਅਦ ਦੇਖਿਆ ਜਾਂਦਾ ਕਿ ਹਾਈਐਸਟ ਸਕੋਰਿੰਗ ਕਿਹੜੇ ਦੀ ਹੈ। ਤਾਂ ਇਹਨਾਂ ਦੇ ਸਪੈਸ਼ਲ ਫਾਰਮੂਲਾਸ ਬਣੇ ਹੋਏ ਨੇ। ਤਾਂ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੁੰਦੀ ਹੈ ਉਹਨਾਂ ਦੀ ਪਰਫਾਰਮੈਂਸ ਨੂੰ ਫਾਰਮੂਲੇਸ ਦੇ ਵਿੱਚ ਪੁੱਟ ਕੀਤਾ ਜਾਂਦਾ ਹੈ। ਪੁੱਟ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਓਵਰਆਲ ਸਕੋਰ ਹੈ ਉਹ ਕਾਊਂਟ ਕੀਤਾ ਜਾਂਦਾ ਹੈ। ਟੋਟਲ ਸਕੋਰ 1200। ਤਾਂ 1200 ਦੇ ਵਿੱਚੋਂ ਜਿਹਦੇ ਹਾਈਐਸਟ ਸਕੋਰ ਹੁੰਦੇ ਨੇ ਉਹ ਫਸਟ ਮੰਨਿਆ ਜਾਂਦਾ। ਸੈਕਿੰਡ ਸਾਡੇ ਕੋਲ ਆ ਗਿਆ ਜੀ ਹੈਪਟੈਥਲਨ ਹੈ ਜਿਹੜਾ ਇਹ ਇਵੈਂਟ ਇਹਦੇ ਲਈ ਹੈ ਕੁੜੀਆਂ ਦੇ ਲਈ। ਹੈਪਟਾ ਦਾ ਮਤਲਬ ਕੀ ਹੁੰਦਾ 7। ਹੈਪਟਾ ਦਾ ਮੀਨਸ ਕੀ ਹੈ 7 ਇਵੈਂਟਸ ਵਾਲਾ। ਤਾਂ ਇਹਦੇ ਵਿੱਚ ਵੀ ਜਿਹੜਾ ਇਹ ਇਵੈਂਟ ਵੀ 2 ਦਿਨ ਦੇ ਵਿੱਚ ਕਰਵਾਏ ਜਾਂਦੇ ਨੇ। ਪਹਿਲੇ ਦਿਨ 4 ਇਵੈਂਟ ਨੇ ਤੇ ਦੂਸਰੇ ਦਿਨ 3 ਇਵੈਂਟਸ ਨੇ। ਪਹਿਲਾ ਇਵੈਂਟ ਜਿਹੜਾ ਸਟਾਰਟ ਹੋਊਗਾ ਵੀ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਗੱਲ ਹੈ, ਇਹਦੇ ਵਿੱਚ ਬਹੁਤ ਗਲਤੀ ਹੁੰਦੀ ਹੈ ਕਿ ਪਹਿਲਾ ਇਵੈਂਟ 100 ਮੀਟਰ ਹਰਡਲ ਹੈ, ਨਾਰਮਲ 100 ਮੀਟਰ ਨਹੀਂ ਹੁੰਦੀ। ਜਿਹੜੀ ਕੁੜੀਆਂ ਦੀ ਹੈਪਟੈਥਲਨ ਹੈ ਇਸ ਦੇ ਵਿੱਚ ਜਿਹੜੀ ਨਾਰਮਲ 100 ਮੀਟਰ ਹੈ ਉਹ ਨਹੀਂ ਹੁੰਦੀ, ਇਹਦੇ ਵਿੱਚ 100 ਮੀਟਰ ਹਰਡਲ ਹੁੰਦੀ ਹੈ। ਸੈਕਿੰਡ ਇਵੈਂਟ ਸਾਡੇ ਕੋਲ ਹਾਈ ਜੰਪ ਹੈ, ਸ਼ਾਰਟ ਪੁੱਟ ਹੈ ਤੇ ਲਾਸਟ 200 ਮੀਟਰ ਹੈ ਨਾਰਮਲ। ਡੇ 2 ਦਾ ਪਹਿਲਾ ਇਵੈਂਟ ਲੌਂਗ ਜੰਪ ਹੈ, ਉਸ ਤੋਂ ਬਾਅਦ ਜੈਵਲਿਨ ਥਰੋ ਹੈ ਤੇ ਲਾਸਟ ਕੀ ਹੈ 800 ਮੀਟਰ। ਹੁਣ ਇਹਦੇ 'ਚ ਤੁਹਾਨੂੰ ਸੀਕੁਐਂਸ ਵੀ ਪੁੱਛਿਆ ਜਾ ਸਕਦਾ। ਇਹਦੇ 'ਚ ਤੁਹਾਨੂੰ ਐ ਵੀ ਪੁੱਛਿਆ ਜਾ ਸਕਦਾ ਕਿ ਮੁੰਡਿਆਂ ਦੇ ਦੋਨੇ ਦਿਨਾਂ ਦੇ ਟਰੈਕ ਇਵੈਂਟ ਕਿੰਨੇ ਨੇ, ਫੀਲਡ ਇਵੈਂਟ ਕਿੰਨੇ ਨੇ, ਕੁੜੀਆਂ ਦੇ ਦੋਨਾਂ ਦਿਨਾਂ ਦੇ ਟਰੈਕ ਇਵੈਂਟ ਕਿੰਨੇ ਨੇ, ਫੀਲਡ ਇਵੈਂਟ ਕਿੰਨੇ ਨੇ, ਮੁੰਡਿਆਂ ਦੇ ਪਹਿਲੇ ਦਿਨ ਦੇ ਟਰੈਕ ਇਵੈਂਟ ਕਿੰਨੇ ਨੇ ਤੇ ਫੀਲਡ ਇਵੈਂਟ ਕਿੰਨੇ ਨੇ। ਕਿਸੇ ਵੀ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਹੈ ਨਾ। ਸੀਕੁਐਂਸ ਪੁੱਛੀ ਜਾ ਸਕਦੀ ਹੈ ਕਿ ਇਹਨਾਂ ਦੀ ਸੀਕੁਐਂਸ ਕੀ ਹੈ। ਤਾਂ ਪਹਿਲੀ ਵਾਰ ਇਹ ਜਿਹੜੇ ਸਟਾਰਟ ਹੋਏ ਸੀ 1912 ਦੀਆਂ ਓਲੰਪਿਕਸ ਸਟਾਕਹੋਲਮ ਦੇ ਵਿੱਚ ਹੋਈਆਂ ਸੀ ਜਿਹੜੀਆਂ, ਉੱਥੇ ਪਹਿਲੀ ਵਾਰ ਇਹ ਇਵੈਂਟ ਖੇਡਿਆ ਗਿਆ ਸੀ ਡੈਕੈਥਲਨ। ਤੇ ਉਦੋਂ ਇਹਦੇ ਨਾਲ ਇੱਕ ਇਵੈਂਟ ਹੋਰ ਹੁੰਦਾ ਸੀਗਾ ਪੈਂਟੈਥਲਨ। ਡੈਕੈਥਲਨ ਐਂਡ ਪੈਂਟੈਥਲਨ ਉਸ ਟਾਈਮ ਤੇ ਦੋ ਜਿਹੜੇ ਇਵੈਂਟ ਸੀਗੇ ਉਹ ਹੁੰਦੇ ਸੀ। ਇਹ ਦੋਨੇ ਇਵੈਂਟ ਦੇ ਵਿੱਚ ਉਸ ਟਾਈਮ ਤੇ ਮੈਨੂੰ ਪਤਾ ਹੈ ਜੀ ਮੁੰਡਿਆਂ ਦਾ ਜੀ 1200 ਸਕੋਰ ਹੈ ਟੋਟਲ ਤੇ ਕੁੜੀਆਂ ਦਾ ਹੈਗਾ 1000 ਸਕੋਰ। ਤਾਂ ਇਹਦੇ ਵਿੱਚੋਂ ਆਊਟ ਆਫ ਸਕੋਰ ਨੇ ਜਿਹੜੇ ਉਹ ਕੈਲਕੂਲੇਟ ਕੀਤੇ ਜਾਂਦੇ ਨੇ ਕਿ ਕਿਹੜੇ ਬੰਦੇ ਦਾ ਸਕੋਰ ਕਿੰਨਾ ਹੈ। ਉਸ ਦੀ ਕੈਲਕੂਲੇਸ਼ਨ ਦੇ ਵਿੱਚ ਜਿਹੜਾ ਹਾਈਐਸਟ ਕੀ ਹੁੰਦਾ ਉਹ ਫਸਟ ਹੁੰਦਾ। ਦੋਨੋਂ ਇਕੱਠੀ ਸਟਾਰਟ ਹੋਈ ਸੀ 1912 ਚ। ਪੈਂਟੈਥਲਨ ਚੈੱਕ ਕਰਨੀ ਪਊਗੀ, ਇਹ ਬਾਅਦ ਤੋਂ ਸਟਾਰਟ ਹੋਈ ਹੈ। ਇਸ ਬੰਦੇ ਦੇ ਉੱਪਰ ਪ੍ਰਿੰਸੀਪਲ ਸਰਵਨ ਸਿੰਘ ਦਾ ਇੱਕ ਬਹੁਤ ਸੋਹਣਾ ਆਰਟੀਕਲ ਲੱਗਿਆ ਹੋਇਆ ਜਿਮ ਤੌਰ ਤੇ। ਜਦੋਂ ਪਹਿਲੀ ਵਾਰੀ ਇਹ ਓਲੰਪਿਕ ਗੇਮਾਂ ਦੇ ਵਿੱਚ ਪੈਂਟੈਥਲਨ ਦਾ ਮਤਲਬ ਸੀ 5 ਇਵੈਂਟਾਂ ਵਾਲਾ, ਉਹ 5 ਇਵੈਂਟ ਹੁੰਦੇ ਸੀ। ਜਦੋਂ ਪਹਿਲੀ ਵਾਰ 1912 ਦੀ ਓਲੰਪਿਕਸ ਦੇ ਵਿੱਚ ਇਹ ਪ੍ਰੈਜ਼ੈਂਟ ਕੀਤੇ ਗਏ ਸੀਗੇ ਪਹਿਲੀ ਵਾਰ ਦੋਨੋਂ ਇਵੈਂਟ, ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਸਟ ਆਉਣ ਵਾਲਾ ਬੰਦਾ ਸੀਗਾ ਉਹ ਹੈਗਾ ਸੀਗਾ ਜਿਮ ਥੌਰਪੇ, ਅਮਰੀਕਾ ਦਾ ਬੰਦਾ ਸੀਗਾ। ਇਹ ਦੋਨਾਂ ਦੇ ਵਿੱਚੋਂ 골ਡ ਮੈਡਲ ਸੀਗਾ। ਹੁਣ ਇੰਨੇ ਇਵੈਂਟਾਂ ਦੇ ਵਿੱਚੋਂ ਫਸਟ ਆਉਣਾ ਕੋਈ ਸੌਖਾ ਕੰਮ ਨਹੀਂ ਸੀਗਾ। ਤਾਂ ਉਸ ਟਾਈਮ ਤੇ ਜਦੋਂ ਇਹਨੂੰ 골ਡ ਮੈਡਲ ਦਿੱਤਾ ਗਿਆ ਸੀਗਾ ਇਹਨਾਂ ਇਵੈਂਟਸ ਦੇ ਵਿੱਚ, ਤਾਂ ਇਹਨੂੰ ਆਖਿਆ ਗਿਆ ਸੀਗਾ ਕਿ ਇਸ ਟਾਈਮ ਦੁਨੀਆ ਦਾ ਸਭ ਤੋਂ ਤਕੜਾ ਬੰਦਾ ਤੂੰ ਹੈ। ਪਰ ਫੇਰ ਕੀ ਸੀਗਾ 1912 ਦੇ ਵਿੱਚ ਅਸੀਂ ਨੇ ਪੜ੍ਹਿਆ ਸੀਗਾ, ਸਾਡੀ IAAF ਵੀ ਬਣੀ ਸੀ ਜਿਹਨੂੰ ਕੀ ਕਹਿੰਦੇ ਸੀਗੇ ਉਸ ਟਾਈਮ ਤੇ ਇੰਟਰਨੈਸ਼ਨਲ ਐਮਚਿਓਰ ਐਥਲੈਟਿਕ ਫੈਡਰੇਸ਼ਨ। ਐਮਚਿਓਰ ਦਾ ਮਤਲਬ ਉਸ ਟਾਈਮ ਤੇ ਸੀਗਾ ਕਿ ਜਿਹੜਾ ਇੱਕ ਐਥਲੀਟ ਹੈ ਉਹ ਪੈਸੇ ਦੇ ਲਈ ਨਹੀਂ ਖੇਡ ਸਕਦਾ, ਉਹ ਕਾਹਦੇ ਲਈ ਖੇਡੂਗਾ, ਆਪਣੀ ਗੇਮ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਖੇਡੂਗਾ। ਤਾਂ ਉਹ ਪ੍ਰਿੰਸੀਪਲ ਸਰਵਨ ਸਿੰਘ ਨੇ ਲਿਖਿਆ ਕਿ ਜਦੋਂ ਜਿਮ ਥੌਰਪੇ ਸੀਗਾ ਜਿਹੜਾ ਇਹ ਘਰੋਂ ਬਹੁਤ ਗਰੀਬ ਸੀ, ਇਹਦੀਆਂ 3 ਸਿਸਟਰ ਸੀਗੀਆਂ ਤੇ ਇਹ ਇਕੱਲੀ ਐਥਲੈਟਿਕਸ ਦੇ ਵਿੱਚ ਨਹੀਂ ਹਰ ਇੱਕ ਗੇਮ ਦੇ ਵਿੱਚ ਹੀ ਚੰਗਾ ਸੀਗਾ। ਜਿਵੇਂ ਉਹਨਾਂ ਦੀ ਅਮਰੀਕਾ ਦੀ ਨੇਟਿਵ ਗੇਮ ਹੈ ਜਿਹੜੀ ਉਹ ਹੈਗੀ ਹੈ ਬੇਸਬਾਲ, ਤਾਂ ਬੇਸਬਾਲ ਬਹੁਤ ਜ਼ਿਆਦਾ ਵਧੀਆ ਖੇਡਦਾ ਸੀ ਇਹ। ਤਾਂ ਕੀ ਕੀਤਾ ਗਿਆ ਇਹ ਇਹਨੇ ਆਪਣੀ ਸਿਸਟਰ ਦੀ ਮੈਰਿਜ ਦੇ ਲਈ ਇਹਨੂੰ ਪੈਸੇ ਚਾਹੀਦੇ ਸੀਗੇ ਜਿਮ ਥੌਰਪੇ ਨੂੰ, ਇਹ ਪੈਸੇ ਲੈ ਕੇ ਉਸ ਟਾਈਮ ਤੇ ਬੇਸਬਾਲ ਖੇਡਿਆ। ਤਾਂ ਉਸ ਤੋਂ ਬਾਅਦ ਇਹਦੇ ਉੱਪਰ ਆਰੋਪ ਲੱਗਿਆ ਕਿ ਇਹ ਪੈਸੇ ਲੈ ਕੇ ਖੇਡਦਾ ਤੇ ਜਿਹੜਾ IAAF ਹੈ
IOC ਕੋਲ ਕੰਪਲੀਟ ਗਈ, ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਕੋਲ, ਤਾਂ ਉਹਨਾਂ ਨੇ ਜਿਹੜਾ ਇਹਦਾ 골ਡ ਮੈਡਲ ਸੀ ਉਹ ਵਾਪਸ ਲੈ ਲਿਆ। ਤੇ ਜਦੋਂ 1932 ਦੇ ਵਿੱਚ ਓਲੰਪਿਕਸ ਹੋਈਆਂ ਲਾਸ ਐਂਜਲਸ, ਇਹ 1912 ਦੀ ਗੱਲ ਹੈ, ਉਸ ਤੋਂ 20 ਸਾਲ ਬਾਅਦ ਓਲੰਪਿਕਸ ਹੋਈਆਂ ਲਾਸ ਐਂਜਲਸ ਜਿਹੜਾ ਕਿ ਅਮਰੀਕਾ ਦੇ ਵਿੱਚ ਹੈ, ਤਾਂ ਕਹਿੰਦੇ ਕਿਉਂਕਿ ਇਹ ਤੋਂ ਸਾਰਾ ਕੁਝ ਵਾਪਸ ਲੈ ਲਿਆ ਸੀਗਾ, ਇਹ ਬਹੁਤ ਗਰੀਬ ਹੋ ਗਿਆ ਸੀ ਤੇ ਉਸ ਟਾਈਮ ਇਹਦੇ ਕੋਲ ਓਲੰਪਿਕ ਸਟੇਡੀਅਮ, ਕਿਉਂਕਿ ਬੈਨ ਵੀ ਲੱਗ ਗਿਆ ਇਹਦੇ ਉੱਪਰ, ਤਾਂ ਓਲੰਪਿਕ ਸਟੇਡੀਅਮ ਦੇ ਵਿੱਚ ਓਲੰਪਿਕ ਗੇਮਸ ਦੇਖਣ ਵਾਸਤੇ ਉਹਦੀ ਟਿਕਟ ਲੈਣ ਵਾਸਤੇ ਇਸ ਬੰਦੇ ਕੋਲ ਪੈਸੇ ਵੀ ਨਹੀਂ ਹੈਗੇ ਸੀ, ਤਾਂ ਇਹਦੀ ਡੈਥ ਹੋ ਜਾਂਦੀ ਹੈ ਬਾਅਦ ਦੇ ਵਿੱਚ। ਤੇ 1980 ਦੇ ਲਗਭਗ ਆ ਕੇ ਜਿਹੜਾ ਪ੍ਰੋਫੈਸ਼ਨਲ ਐਥਲੀਟ ਸੀ, ਜਦੋਂ NBA ਸਟਾਰਟ ਹੁੰਦੀ ਹੈ ਤਾਂ ਪ੍ਰੋਫੈਸ਼ਨਲ ਲੋਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਉਹ ਵੀ ਖੇਡਾਂ ਦੇ ਵਿੱਚ ਭਾਗ ਲੈ ਸਕਦੇ ਨੇ, ਪੈਸੇ ਲੈ ਕੇ ਵੀ ਬੰਦੇ ਨੇ ਜਿਹੜੇ ਉਹ ਖੇਡ ਸਕਦੇ ਨੇ। ਯਾਨੀ ਕਿ ਕਾਰਪੋਰੇਟ ਸੈਕਟਰ ਆ ਜਾਂਦਾ, ਜਿਵੇਂ ਸਾਡੇ IPL ਦੀਆਂ ਟੀਮਾਂ ਬੰਦਿਆਂ ਨੇ ਖਰੀਦ ਰੱਖੀਆਂ ਨੇ, ਉਵੇਂ NBA ਨੇ ਜਿਹੜੀਆਂ ਉਹਦੀਆਂ ਟੀਮਾਂ ਖਰੀਦੀਆਂ ਹੋਈਆਂ ਸੀ, ਉਹ ਲੋਕਾਂ ਨੇ ਵੀ ਖੇਡਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਤਾਂ ਫਿਰ ਦੁਬਾਰਾ ਪਟੀਸ਼ਨ ਪਾਈ ਗਈ ਕਿ ਜੇ ਅੱਜ ਇਹ ਬੰਦੇ ਖੇਡ ਸਕਦੇ ਨੇ ਤਾਂ ਉਹ ਬੰਦੇ ਨੇ ਐਡਾ ਕੀ ਗੁਨਾਹ ਕਰਤਾ ਸੀਗਾ ਕਿ ਉਹ ਤੋਂ ਤੁਸੀਂ 골ਡ ਮੈਡਲ ਵਾਪਸ ਲੈ ਲਿਆ। ਤਾਂ ਇਹਦੀ ਡੈਥ ਹੋਣ ਤੋਂ ਬਾਅਦ ਉਹ ਮੈਡਲ ਸੀਗਾ ਜਿਹੜਾ ਇਹਦਾ ਜਿਮ ਥੋਰਪੇ ਦਾ, ਉਹਨੂੰ ਵਾਪਸ ਕੀਤੇ ਗਏ, ਜਿਹੜੇ 1912 ਦੀ ਸਟਾਕਹੋਲਮ ਆਪਣੀ ਓਲੰਪਿਕਸ ਦੇ ਵਿੱਚ ਇਹਨੇ ਡੈਕੈਥਲਨ ਤੇ ਪੈਂਟੈਥਲਨ ਦੇ ਵਿੱਚੋਂ ਜਿੱਤੇ ਸੀਗੇ।